ਸਾਡੇ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਵਸ ਹੈ। ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਿਹੜੀ ਉਹਨਾਂ ਨੇ ਜਨਰਲ ਡਵਾਇਰ ਨੂੰ ਗੋਲੀ ਮਾਰੀ ਸੀ, ਉਹਨਾਂ ਦੇ ਕੇਸ ਦੇ ਵਿੱਚ ਲੰਡਨ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਸ਼ਹੀਦ ਊਧਮ ਸਿੰਘ ਨੂੰ ਅੱਜ ਸਾਰਾ ਦੇਸ਼ ਯਾਦ ਕਰ ਰਿਹਾ ਹੈ, ਪਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਨਾਲ ਸ਼ਹੀਦ ਊਧਮ ਸਿੰਘ ਦਾ ਖਾਸ ਨਾਤਾ ਹੈ, ਕਿਉਂਕਿ ਅੰਮ੍ਰਿਤਸਰ ਦੇ ਸੈਂਟਰਲ ਯਤੀਮਖਾਨਾ ਦੇ ਵਿੱਚ ਜਿੱਥੇ ਅਸੀਂ ਮੌਜੂਦ ਹਾਂ, ਉਸ ਯਤੀਮਖਾਨੇ ਦੇ ਵਿੱਚ ਤਕਰੀਬਨ 12 ਸਾਲ ਜਿਹੜੇ ਸ਼ਹੀਦ ਊਧਮ ਸਿੰਘ ਉਸ ਵੇਲੇ ਸ਼ੇਰ ਸਿੰਘ ਦੇ ਨਾਮ ਦੇ ਉੱਤੇ ਇੱਥੇ ਰਜਿਸਟਰਡ ਹੋਏ ਸੀ, ਇੱਥੇ 12 ਸਾਲ ਰਹੇ। ਤਾਂ ਇਸ ਕਮਰੇ ਦੇ ਵਿੱਚ ਸਭ ਤੋਂ ਪਹਿਲਾਂ ਉਹ ਕਮਰਾ ਦਿਖਾ ਰਹੇ ਹਾਂ ਤੁਹਾਨੂੰ, ਜਿਸ ਕਮਰੇ ਦੇ ਵਿੱਚ ਸ਼ਹੀਦ ਊਧਮ ਸਿੰਘ ਜਦੋਂ ਸ਼ੇਰ ਸਿੰਘ ਸੀ 5 ਸਾਲ ਦੀ ਉਮਰ ਦੇ ਵਿੱਚ ਆਪਣੇ ਭਰਾ ਦੇ ਨਾਲ ਇੱਥੇ ਪਹੁੰਚੇ ਤੇ 5 ਸਾਲ ਦੀ ਉਮਰ ਦੇ ਵਿੱਚ ਇੱਥੇ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਤੇ 1919 ਤੱਕ ਜਦੋਂ ਤੱਕ ਜਲਿਆਂਵਾਲੇ ਦਾ ਕਾਂਡ ਜਿਹੜਾ ਹੋਇਆ ਸੀ ਉਸ ਵੇਲੇ ਤੱਕ ਤਕਰੀਬਨ 17 ਸਾਲ ਦੀ ਉਮਰ ਤੱਕ ਇੱਥੇ ਰਹੇ। ਤਾਂ ਸਭ ਤੋਂ ਪਹਿਲਾਂ ਇਹ ਕਮਰੇ ਨੂੰ ਮਿਊਜ਼ੀਅਮ ਵਜੋਂ ਸਥਾਪਿਤ ਕੀਤਾ ਗਿਆ ਹੈ। ਉਹਨਾਂ ਦੀ ਵੱਡੀ ਤਸਵੀਰ ਸ਼ਹੀਦ ਆਜ਼ਮ ਊਧਮ ਸਿੰਘ ਦੀ ਇੱਥੇ ਲੱਗੀ ਹੈ, ਜਿੱਥੇ ਅੰਮ੍ਰਿਤਸਰ ਦੇ ਸੈਂਟਰਲ ਯਤੀਮਖਾਨੇ ਦੇ ਵਿੱਚ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ। ਤਾਂ ਜਿਹੜੇ ਸ਼ਹੀਦ ਊਧਮ ਸਿੰਘ ਦੇ ਇੱਥੇ ਰਜਿਸਟਰਡ ਦੇ ਦਸਤਾਵੇਜ਼ ਨੇ, ਜਿਹੜਾ ਰਿਕਾਰਡ ਹੈ ਉਹ ਵੀ ਸੈਂਟਰਲ ਯਤੀਮਖਾਨੇ ਨੇ ਇੱਥੇ ਸੰਭਾਲ ਕੇ ਰੱਖਿਆ ਹੈ। ਦੂਸਰਾ ਨਾਮ ਜਿਹੜਾ ਹੈ ਉਹ ਸ਼ੇਰ ਸਿੰਘ, ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ੇਰ ਸਿੰਘ ਤੇ ਸਨ ਆਫ ਟਹਿਲ ਸਿੰਘ ਜਿਹੜਾ ਸੀ, ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਬਕਾਇਦਾ ਤੌਰ ਦੇ ਉੱਤੇ ਜ਼ਿਕਰ ਨਾਮ ਰਜਿਸਟਰਡ ਕੀਤਾ ਗਿਆ। ਸ਼ੇਰ ਸਿੰਘ ਦੇ ਨਾਮ ਬਾਅਦ ਦੇ ਵਿੱਚ ਹਾਲਾਂਕਿ ਇਹਨਾਂ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਕਰ ਲਿਆ ਸੀ, ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਪੁਰਾਣੀਆਂ ਤਸਵੀਰਾਂ ਨੇ ਉਹ ਵੀ ਇੱਥੇ ਲਾਈਆਂ ਗਈਆਂ ਨੇ। ਵੱਖ-ਵੱਖ ਜਿਹੜੀਆਂ ਤਰ੍ਹਾਂ ਦੀਆਂ ਤਸਵੀਰਾਂ ਨੇ, ਉਹਨਾਂ ਦੇ ਨਾਲ ਸੰਬੰਧਿਤ ਬਿਲੋਂਗਿੰਗ ਜਿਹੜੇ ਦਸਤਾਵੇਜ਼ ਨੇ, ਇਹ ਕੋਈ FIR ਹੈ ਜਿਹੜੀ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਦਰਜ ਹੋਈ ਸੀ ਉਸ ਨੂੰ ਵੀ ਇੱਥੇ ਸੰਭਾਲ ਕੇ ਰੱਖਿਆ ਹੋਇਆ। ਤੇ ਨਾਲ ਹੀ ਸਰਕਾਰ ਵੱਲੋਂ ਇਹਨਾਂ ਨੂੰ ਡਿਜੀਟਲਾਈਜੇਸ਼ਨ ਕਰਨ ਦੀ ਵੀ ਤਜਵੀਜ਼ ਜਿਹੜੀ ਸੈਂਟਰਲ ਯਤੀਮਖਾਨੇ ਵੱਲੋਂ ਭੇਜੀ ਜਾ ਰਹੀ ਹੈ। ਤੇ ਡਾਕਟਰ ਨਿੱਜਰ ਨੇ ਜਿਵੇਂ ਦੱਸਿਆ, ਇਹ ਉਹ ਤਸਵੀਰਾਂ ਨੇ ਜਿਹੜੀਆਂ ਸ਼ਹੀਦ ਆਜ਼ਮ ਊਧਮ ਸਿੰਘ ਦੀਆਂ ਨੇ, ਵੱਖ-ਵੱਖ ਜ਼ਿੰਦਗੀ ਦੇ ਫੇਸ ਦੀਆਂ ਤਸਵੀਰਾਂ ਨੇ। ਲੰਡਨ ਦੇ ਵਿੱਚ ਜਦੋਂ ਗਏ ਸੀ ਤਾਂ ਉਹਨਾਂ ਨੇ ਕਲੀਨ ਸ਼ੇਵ ਕਰਵਾ ਲਈ ਸੀ, ਤਾਂ ਜਿਹੜੇ ਕੇਸਾਧਾਰੀ ਸੀ ਉਹ ਵੀ ਉਹਨਾਂ ਦੀਆਂ ਤਸਵੀਰਾਂ ਨੇ। ਕੈਕਸਟਨ ਹਾਲ ਦੀ ਤਸਵੀਰ ਵੀ ਹੈ ਤੇ ਇਸ ਜਗ੍ਹਾ ਦੇ ਉੱਤੇ ਊਧਮ ਸਿੰਘ ਦੀਆਂ ਵੱਖ-ਵੱਖ ਜਿਹੜੀਆਂ ਤਸਵੀਰਾਂ ਲਾਈਆਂ ਗਈਆਂ ਨੇ। ਇਹ ਉਹ ਬਿਸਤਰਾ ਹੈ, ਇਹ ਉਹ ਮੰਜਾ ਹੈ ਜਿਹੜਾ ਸਾਂਭ ਕੇ ਰੱਖਿਆ ਹੈ, ਇਸ ਨੂੰ ਇਸੇ ਹੀ ਅਵਸਥਾ ਦੇ ਵਿੱਚ ਰਹਿਣ ਦਿੱਤਾ ਗਿਆ ਹੈ। ਤੇ ਇਹ ਉਹ ਮੰਜਾ ਜਿਹੜਾ ਸ਼ੇਰ ਸਿੰਘ ਸ਼ਹੀਦ ਆਜ਼ਮ ਊਧਮ ਸਿੰਘ ਇਸਤੇਮਾਲ ਕਰਦੇ ਸੀ। ਚੀਫ ਖਾਲਸਾ ਦੀਵਾਨ ਵੱਲੋਂ ਜੋ ਜਾਣਕਾਰੀ ਯਤੀਮਖਾਨੇ ਵੱਲੋਂ ਦਿੱਤੀ ਗਈ, ਜਿਹੜਾ ਪੱਖਾ ਵੀ ਇੱਥੇ ਲੱਗਾ ਹੈ ਤਕਰੀਬਨ 100 ਸਾਲ ਪੁਰਾਣਾ, 110 ਸਾਲ ਪੁਰਾਣਾ ਪੱਖਾ ਇਸੇ ਤਰ੍ਹਾਂ ਹੀ ਇੱਥੇ ਲਾਇਆ ਗਿਆ ਹੈ। ਉਹੀ ਪੱਖਾ ਸੰਭਾਲ ਕੇ ਰੱਖਿਆ ਗਿਆ ਤਾਂ ਕਿ ਕਿਸੇ ਵੀ ਕਿਸਮ ਦੀ ਜਿਹੜੀ ਸਮੱਸਿਆ ਜਿਹੜੀ ਇਸ ਦੇ ਕਮਰੇ ਦੀ ਜਿਹੜੀ ਹੈ ਉਸ ਦੀ ਰੂਪ ਰੇਖਾ ਨੂੰ ਚੇਂਜ ਨਾ ਕੀਤਾ ਜਾਵੇ। ਹੋਰ ਜਿਹੜੇ ਮਹੱਤਵਪੂਰਨ ਦਸਤਾਵੇਜ਼ ਨੇ ਉਹਨਾਂ ਦੇ ਵਿੱਚ ਜਿਹੜੇ ਬਰਤਨ ਨੇ, ਕਿਉਂਕਿ ਯਤੀਮਖਾਨੇ ਦੇ ਵਿੱਚ ਜਿਹੜੇ ਸਟੂਡੈਂਟ ਰਹਿੰਦੇ ਨੇ ਜਾਂ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੀਆਂ ਬਿਲੋਂਗਿੰਗਸ ਜਿਹੜੀਆਂ ਹੁੰਦੀਆਂ ਨੇ, ਤਾਂ ਇਹ ਸ਼ਹੀਦ ਊਧਮ ਸਿੰਘ ਦੀਆਂ ਉਸ ਵੇਲੇ ਦੀਆਂ ਜੋ ਬਿਲੋਂਗਿੰਗ ਸੀ, ਬਰਤਨ ਪਏ ਨੇ ਜਿਸ ਦੇ ਵਿੱਚ ਉਹ ਖਾਣਾ ਖਾਂਦੇ ਸੀ, ਜਾਂ ਜਿਹੜੇ ਡੋਲ ਨੇ ਇਸਤੇਮਾਲ ਕਰਦੇ ਸੀ, ਜਾਂ ਲੈਂਪ, ਕਿਉਂਕਿ ਉਸ ਵੇਲੇ ਲੈਂਪ ਸੀ ਜਿਹੜੇ ਸੀ ਉਹਨਾਂ ਦਾ ਇਸਤੇਮਾਲ ਹੁੰਦਾ ਸੀ। ਤੇ ਇਹ ਲੈਂਪ ਜਿਹੜੇ ਨੇ ਉਹ ਵੀ ਇੱਥੇ ਸੰਭਾਲ ਕੇ ਰੱਖਿਆ, ਕਿਉਂਕਿ ਹਰ ਜਿੰਨੇ ਵੀ ਇਸ ਜਗ੍ਹਾ ਦੇ ਜਿੰਨੇ ਵੀ ਉਸ ਵੇਲੇ ਸਟੂਡੈਂਟ ਹੁੰਦੇ ਸੀ ਯਤੀਮਖਾਨੇ ਦੇ, ਉਹਨਾਂ ਨੂੰ ਇਹ ਸਾਰਾ ਸਮਾਨ ਦਿੱਤਾ ਜਾਂਦਾ ਸੀ। ਤਾਂ ਇਸ ਦੇ ਵਿੱਚ ਇਸ ਨੂੰ ਵੀ ਸੰਭਾਲ ਕੇ ਜਿਹੜਾ ਹੈ ਉਹ ਰੱਖਿਆ ਹੋਇਆ ਹੈ। ਤੇ ਨਾਲ ਹੀ ਹੁਣ ਕੁਝ ਤਸਵੀਰਾਂ ਜਿਹੜੀਆਂ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਆਮ ਤੌਰ ਦੇ ਉੱਤੇ ਇਤਿਹਾਸ ਦੇ ਵਿੱਚ ਵੱਡਾ ਜਿਹੜਾ ਤਸਵੀਰਾਂ ਦਾ ਯੋਗਦਾਨ ਹੈ। ਲੰਡਨ ਦੇ ਕੈਕਸਟਨ ਹਾਲ ਦੀ ਤਸਵੀਰ ਹੈ, ਜਿੱਥੇ ਸ਼ਹੀਦ ਊਧਮ ਸਿੰਘ ਨੂੰ ਹੈਂਡਕਫਟ ਕੀਤਾ ਹੋਇਆ ਹੈ, ਹੱਥਕੜੀਆਂ ਲਾਈਆਂ ਹੋਈਆਂ ਨੇ, ਜਦੋਂ ਉਹਨਾਂ ਨੇ ਜਨਰਲ ਡਵਾਇਰ ਨੂੰ ਗੋਲੀ ਉੱਥੇ ਮਾਰੀ ਸੀ। ਕਿਉਂਕਿ ਮਾਈਕਲ ਡਵਾਇਰ ਜਿਹੜੇ ਸੀ, ਮਾਈਕਲ ਫ੍ਰਾਂਸਿਸ ਡਵਾਇਰ ਲੈਫਟੀਨੈਂਟ ਗਵਰਨਰ ਰਹੇ ਸੀ ਪੰਜਾਬ ਦੇ 1919, ਤੇ ਬ੍ਰਿਗੇਡੀਅਰ ਜਨਰਲ REH ਡਾਇਰ ਜਿਨ੍ਹਾਂ ਨੇ ਮੈਸਕੇਅਰ ਕੀਤਾ ਸੀ, ਉਹ ਜਿਹੜੇ ਸੀ ਉਹਨਾਂ ਦੀ ਵੀ ਤਸਵੀਰ ਇੱਥੇ ਲੱਗੀ ਹੈ। ਤਾਂ ਮਾਈਕਲ ਫ੍ਰਾਂਸਿਸ ਡਵਾਇਰ ਨੂੰ ਇਹਨਾਂ ਨੇ ਗੋਲੀ ਮਾਰੀ ਸੀ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ, 1939 ਦੇ ਵਿੱਚ ਗੋਲੀ ਮਾਰੀ ਸੀ, ਤੇ 1940 ਦੇ ਵਿੱਚ ਉਹਨਾਂ ਨੂੰ ਜਿਹੜੀ ਸੀ ਉੱਥੇ ਲੰਡਨ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਤਾਂ ਇਸ ਜਗ੍ਹਾ ਦੇ ਉੱਤੇ ਜਿੰਨਾ ਵੀ ਰਿਕਾਰਡ ਹੈ ਸਾਰਾ ਸਾਂਭ ਕੇ ਰੱਖਿਆ ਹੋਇਆ ਹੈ। ਤੇ ਜਿਹੜੀ ਪੈਂਟਨੋ ਵਿਲੇ ਪ੍ਰਿਜ਼ਨ ਜਿਹੜੀ ਸੀ, ਪੈਂਟਨੋ ਵਿਲੇ ਪ੍ਰਿਜ਼ਨ ਦੇ ਵਿੱਚ ਜਿਹੜੀ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਤਾਂ ਤਸਵੀਰਾਂ ਉਹਨਾਂ ਨਾਲ ਸੰਬੰਧਿਤ ਸਾਰੀਆਂ ਇਸ ਜਗ੍ਹਾ ਦੇ ਉੱਤੇ ਨੇ, ਜਿਸ ਜਗ੍ਹਾ ਦੇ ਉੱਤੇ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਬਿਲੋਂਗਿੰਗ ਨੇ, ਇਹ ਉਹ ਜੱਜ ਨੇ, ਉਹਨਾਂ ਦੀ ਤਸਵੀਰ ਵੀ ਹੈ ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਦਾ ਟਰਾਇਲ ਜਿਹੜਾ ਸੀ ਉਸ ਨੂੰ ਸੁਣਿਆ ਸੀ, ਤੇ ਉਸ ਟਰਾਇਲ ਤੋਂ ਬਾਅਦ ਜਿਹੜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਤਾਂ ਨਾਲ ਹੀ ਜਿਹੜੀਆਂ ਮਹੱਤਵਪੂਰਨ ਤਸਵੀਰਾਂ ਨੇ, ਇਹ ਉਹ ਕਮਰਾ ਹੈ ਸੰਦੂਕ ਜਿਹੜਾ ਇੱਕ ਜਿਸ ਦੇ ਵਿੱਚ ਆਪਣੇ ਕੱਪੜੇ ਜਾਂ ਹੋਰ ਬਿਲੋਂਗਿੰਗ ਜਿਹੜੀਆਂ ਉਹ ਰੱਖਦੇ ਸੀ। ਤਾਂ ਸੈਂਟਰਲ ਯਤੀਮਖਾਨੇ ਵੱਲੋਂ ਇਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ, ਤੇ ਇਸ ਨੂੰ ਇੱਕ ਜਿਹੜਾ
ਮਿਊਜ਼ੀਅਮ ਵਜੋਂ ਸਥਾਪਿਤ ਕੀਤਾ ਗਿਆ ਹੈ। ਤਾਂ ਜਨਰਲ ਡਾਇਰ ਜਿਹੜੇ ਸੀ ਜਿਹੜੇ ਗਵਰਨਰ ਜਨਰਲ ਸੀ ਮਾਈਕਲ ਫ੍ਰਾਂਸਿਸ ਓਡਵਾਇਰ, ਜਿਨ੍ਹਾਂ ਨੇ ਹੁਕਮ ਦਿੱਤਾ ਸੀ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਉਣ ਦਾ, ਉਹਨਾਂ ਦਾ ਕਤਲ ਕੀਤਾ ਸੀ। ਜਦ ਕਿ ਜਨਰਲ ਜਿਹੜੇ ਸੀ ਬ੍ਰਿਗੇਡੀਅਰ ਜਨਰਲ REH ਡਾਇਰ, ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ, ਤਾਂ ਉਹਨਾਂ ਦੀ ਪਹਿਲਾਂ ਮੌਤ ਹੋ ਗਈ ਸੀ। ਪਰ 1939 ਦੇ ਵਿੱਚ ਸ਼ਹੀਦ ਜਿਹੜੇ ਊਧਮ ਸਿੰਘ ਸੀ ਲੰਡਨ ਦੇ ਵਿੱਚ ਗਏ, ਰਾਮ ਮੁਹੰਮਦ ਸਿੰਘ ਆਜ਼ਾਦ ਉਹਨਾਂ ਨੇ ਆਪਣਾ ਨਾਮ ਰੱਖਿਆ ਤੇ ਉੱਥੇ ਕੈਕਸਟਨ ਹਾਲ ਦੇ ਵਿੱਚ ਜਾ ਕੇ ਉਹਨਾਂ ਨੇ ਗੋਲੀਆਂ ਮਾਰ ਕੇ ਜਿਹੜਾ ਸੀ ਕਤਲ ਕਰ ਦਿੱਤਾ। ਪੰਜਾਬੀ ਜਿਹੜੇ ਸਾਡੇ ਦੇਸ਼ ਨੂੰ ਇੱਕ ਵੱਡਾ ਜ਼ਖਮ ਦਿੱਤਾ ਸੀ ਮਾਈਕਲ ਅਡਵਾਇਰ ਨੇ, ਉਸ ਜ਼ਖਮ ਦੇ ਜਿਹੜੇ ਜ਼ਖਮਾਂ ਨੂੰ ਜਿਹੜਾ ਸੀ ਉਸ ਵੇਲੇ ਮਲਮ ਲੱਗੀ ਜਦੋਂ ਇਸ ਜਿਹੜੇ ਗਵਰਨਰ ਜਨਰਲ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਲੰਡਨ 'ਚ ਟਰਾਇਲ ਹੋਇਆ, ਉੱਥੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਉਸ ਤੋਂ ਬਾਅਦ ਹਾਲਾਂਕਿ ਸੁਨਾਮ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਗਏ ਨੇ, ਸੂਬਾ ਪੱਧਰੀ ਸਮਾਗਮ ਉੱਥੇ ਕਰਵਾਇਆ ਜਾ ਰਿਹਾ, ਪਰ ਅੰਮ੍ਰਿਤਸਰ ਦੇ ਨਾਲ 12 ਸਾਲ ਰਹੇ ਸੀ। ਜਿਵੇਂ ਯਤੀਮਖਾਨੇ ਦੇ ਵਿੱਚੋਂ ਜਾਣਕਾਰੀ ਮਿਲੀ ਪ੍ਰਬੰਧਕਾਂ ਵੱਲੋਂ ਕਿ ਸ਼ਬੀਲ ਦੀ ਜ਼ਿੰਮੇਵਾਰੀ, ਕਿਉਂਕਿ ਵਿਸਾਖੀ ਦਾ ਦਿਹਾੜਾ ਸੀ ਤੇ ਸ਼ਬੀਲ ਵੱਖ-ਵੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਸੀ ਉਹ ਸ਼ਬੀਲ ਦੀ ਵਿਵਸਥਾ ਕਰਦੀਆਂ ਸੀ। ਠੰਡੇ ਪਾਣੀ ਦੀ ਗਰਮੀ ਦਾ ਦਿਨ ਸੀ, ਤਾਂ ਸੈਂਟਰਲ ਯਤੀਮਖਾਨੇ ਵੱਲੋਂ ਜੋ ਸ਼ਬੀਲ ਦੀ ਸੇਵਾ ਲੱਗੀ ਸੀ, ਤਾਂ ਉੱਥੇ ਸ਼ੇਰ ਸਿੰਘ ਜਿਹੜੇ ਸੀ ਊਧਮ ਸਿੰਘ ਹੁਣੀ ਇਹ ਆਪਣੇ ਸਾਥੀਆਂ ਨਾਲ ਸੇਵਾ ਕਰਨ ਗਏ ਸੀ। ਤਾਂ ਉੱਥੇ ਜਦੋਂ ਇਹ ਇਨਸੀਡੈਂਟ ਵਾਪਰਿਆ, ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ, ਤਾਂ ਉੱਥੇ ਖੂਨ ਜਿਵੇਂ ਡੁੱਲਿਆ ਸੀ, ਲੋਕਾਂ ਦੀਆਂ ਲਾਸ਼ਾਂ ਪਈਆਂ ਸੀ, ਚੈੱਕ ਦੇ ਬੱਚੇ ਪਏ ਸੀ, ਤੇ ਉਹਨਾਂ ਦੇ ਮਨ ਨੂੰ ਹਲੂਣਾ ਵੱਜਾ ਤੇ ਉਸ 1919 ਦੇ ਇਨਸੀਡੈਂਟ ਨੇ ਉਹਨਾਂ ਦਾ ਲਾਈਫ ਬਦਲ ਦਿੱਤੀ। ਤੇ ਉਸ ਤੋਂ ਬਾਅਦ ਉਹ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਇੱਕ ਬਦਲੇ ਦੀ ਜਿਹੜੀ ਭਾਵਨਾ ਸੀ, ਇੱਕ ਇਸ ਗੁੱਸਾ ਸੀ, ਉਸ ਨੂੰ ਉਹਨਾਂ ਨੇ ਤਕਰੀਬਨ 20 ਸਾਲ ਆਪਣੇ ਅੰਦਰ ਰੱਖਿਆ ਤੇ 20 ਸਾਲਾਂ ਬਾਅਦ ਉਹਨਾਂ ਨੇ ਬਦਲਾ ਲਿਆ। ਇਸੇ ਕਰਕੇ ਅੱਜ ਸਾਰਾ ਦੇਸ਼ ਸ਼ਹੀਦ ਊਧਮ ਸਿੰਘ ਨੂੰ ਸਿਜਦਾ ਕਰ ਰਿਹਾ ਹੈ, ਸ਼ਹੀਦ ਊਧਮ ਸਿੰਘ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਪਾਸੇ ਇੱਕ ਹੋਰ ਮਹੱਤਵਪੂਰਨ ਤਸਵੀਰਾਂ ਨੇ, ਜਦੋਂ ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਅਸਥੀਆਂ ਸੀ ਉਹ ਭਾਰਤ ਦੇ ਵਿੱਚ ਲਿਆਂਦੀਆਂ ਗਈਆਂ, ਉਹ ਵੀ ਤਸਵੀਰਾਂ ਇਸ ਜਗ੍ਹਾ ਦੇ ਉੱਤੇ ਸੰਭਾਲ ਕੇ ਰੱਖੀਆਂ ਹੋਈਆਂ ਨੇ। ਤਾਂ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਦੋਂ ਉਹਨਾਂ ਦੀਆਂ ਅਸਥੀਆਂ ਜਿਹੜੀਆਂ ਸੀ ਉਹ ਲੰਡਨ ਤੋਂ ਇੱਥੇ ਲਿਆਂਦੀਆਂ ਗਈਆਂ ਸੀ, ਤਾਂ ਇਹ ਸਾਰੀਆਂ ਇਸ ਜਗ੍ਹਾ ਦੇ ਉੱਤੇ ਖੂਨੀ ਸਾਕੇ ਦੀਆਂ ਕੋਈ ਤਸਵੀਰਾਂ ਵੀ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਕਿ ਉਸ ਤੋਂ ਬਾਅਦ ਜਿਹੜੀ ਬੈਰੀਕੇਡਿੰਗ ਕੀਤੀ ਗਈ ਸੀ ਉਸ ਦੀਆਂ ਤਸਵੀਰਾਂ ਜਲਿਆਂਵਾਲੇ ਬਾਗ ਦੀਆਂ ਲੱਗੀਆਂ ਨੇ। ਤਾਂ ਤਮਾਮ ਬਿਲੋਂਗਿੰਗਸ ਨੇ ਜਿਹੜੀਆਂ, ਕੈਕਸਟਨ ਹਾਲ ਦਾ ਨਕਸ਼ਾ ਵੀ ਜਿਹੜਾ ਇਸ ਜਗ੍ਹਾ ਦੇ ਉੱਤੇ ਪਿਆ ਹੈ। ਤਾਂ ਇਹ ਵੱਡੀ ਯਾਦਗਾਰ, ਵੱਡੀ ਬਿਲੋਂਗਿੰਗਸ ਜਿਹੜੀ ਆ ਇਸ ਜਗ੍ਹਾ ਦੇ ਉੱਤੇ, ਤੇ ਅੱਜ ਸਾਰਾ ਦੇਸ਼ ਜਿਹੜਾ ਹੈ ਸ਼ਹੀਦ ਊਧਮ ਸਿੰਘ ਨੂੰ ਸਿਜਦਾ ਕਰਦਾ ਹੈ। ਤਾਂ ਸਾਡੇ ਨਾਲ ਡਾਕਟਰ ਆਤਮਜੀਤ ਸਿੰਘ ਬਸਰਾ ਜਿਹੜੇ ਮੈਂਬਰ ਨੇ ਸੈਂਟਰਲ ਯਤੀਮਖਾਨਾ ਦੇ CKD ਦੇ, ਤੇ ਨਾਲ ਪ੍ਰਬੰਧਕ ਨੇ ਇੱਥੋਂ ਦੀ ਜਿਹੜੀ ਟੇਕ ਕੇਅਰ ਕਰਨ ਵਾਲੇ, ਤੇ ਖਾਸ ਤੌਰ ਤੇ ਸ਼ਹੀਦ ਊਧਮ ਸਿੰਘ ਦਾ ਜਿਹੜਾ ਇਹ ਕਮਰਾ ਹੈ ਜਿਸ ਨੂੰ ਉਸ ਤਰ੍ਹਾਂ ਹੀ ਸੰਭਾਲਿਆ ਹੋਇਆ ਹੈ। ਤਾਂ ਸਾਡੇ ਨਾਲ ਬਸਰਾ ਸਾਹਿਬ ਨੇ, ਮੋਹਨਜੀਤ ਸਿੰਘ ਭੱਲਾ ਜੀ ਨੇ, ਉਹਨਾਂ ਕੋਲ ਜਾਣਕਾਰੀ ਲੈਣੇ। ਤਾਂ ਬਸਰਾ ਸਾਹਿਬ, ਸਭ ਤੋਂ ਪਹਿਲਾਂ ਜਾਣਕਾਰੀ ਦਿਓ, ਕਿੰਨਾ ਚਿਰ ਇੱਥੇ ਸ਼ਹੀਦ ਊਧਮ ਸਿੰਘ ਜੀ ਰਹੇ ਸੀ, ਕੀ ਉਹਨਾਂ ਨੇ ਇੱਥੇ ਕੀ ਕੰਮ ਕਰਦੇ ਸੀਗੇ? ਮੇਰਾ ਨਾਮ ਡਾਕਟਰ ਆਤਮਜੀਤ ਸਿੰਘ ਬਸਰਾ, ਮੈਂ ਮੈਂਬਰ ਇੰਚਾਰਜ ਸੈਂਟਰਲ ਖਾਲਸਾ ਯਤੀਮਖਾਨਾ। 1907 ਵਿੱਚ ਉਹ ਸੁਨਾਮ ਤੋਂ ਇੱਥੇ ਆਏ ਸੀਗੇ ਔਰ 1919 ਤੱਕ ਉਹ ਇੱਥੇ ਹੀ ਰਹੇ। ਇੱਥੇ ਅੰਦਰ ਸਕੂਲ ਹੈ ਸਾਡੇ, ਉਹ ਸਕੂਲ ਦੇ ਵਿੱਚ ਪੜ੍ਹਦੇ ਸੀਗੇ। ਇੱਥੋਂ ਹੀ ਉਹਨਾਂ ਜਿਹੜੀ ਮੁੱਢਲੀ ਸਿੱਖਿਆ ਉਹ ਇੱਥੋਂ ਹੀ ਹਾਸਲ ਕੀਤੀ। ਕਿੰਨੀ ਏਜ ਸੀਗੀ ਉਦੋਂ ਉਹਨਾਂ ਦੀ? ਜਦੋਂ ਇੱਥੇ ਆਏ ਸੀ ਉਦੋਂ 5 ਸਾਲ ਦੇ ਸੀਗੇ, 1907 'ਚ। ਔਰ 1919 ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ, ਔਰ ਉਹ ਉਦੋਂ ਇੱਥੋਂ ਹੀ ਉਹਨਾਂ ਦੀ ਜਿਹੜੇ ਹੋਰ ਉਹਨਾਂ ਦੇ ਬੱਚਿਆਂ ਦੇ ਨਾਲ ਉੱਥੇ ਸ਼ਬੀਲ ਤੇ ਡਿਊਟੀ ਸੀ ਉਹਨਾਂ ਦੀ, ਜਲਿਆਂਵਾਲੇ ਬਾਗ। ਔਰ ਉੱਥੇ ਉਹ ਉਸ ਵੇਲੇ ਮੌਜੂਦ ਸੀਗੇ। ਇਸ ਕਰਕੇ ਉਹਨਾਂ ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਵੇਖਿਆ ਤੇ ਔਰ ਉਹਨਾਂ ਦੇ ਮਨ 'ਚ ਇੰਨਾ ਗੁੱਸਾ ਆਇਆ, ਉਦੋਂ ਹੀ ਉਹਨਾਂ ਧਾਰ ਲਿਆ ਵੀ ਅਸੀਂ ਇਹਦਾ ਬਦਲਾ ਜ਼ਰੂਰ ਲਵਾਂਗੇ। ਮਤਲਬ ਇਸ ਕਮਰੇ ਦੇ ਵਿੱਚ ਉਹ ਰਹਿੰਦੇ ਸੀਗੇ? ਹਾਂਜੀ, ਇਸ ਕਮਰੇ 'ਚ ਉਹ ਰਹਿੰਦੇ ਆ। ਉਦੋਂ ਬਹੁਤ ਛੋਟੀ ਬਿਲਡਿੰਗ ਹੁੰਦੀ ਸੀ, ਥੋੜ੍ਹੇ ਹੀ ਕਮਰੇ ਹੁੰਦੇ ਸੀ। ਇਸ ਬਿਲਡਿੰਗ 'ਚ ਉਹਨਾਂ ਦਾ ਸਾਰਾ ਸਮਾਨ ਅਸੀਂ ਮਿਊਜ਼ੀਅਮ ਦੇ ਤੌਰ ਤੇ ਰੱਖਿਆ ਹੋਇਆ। ਇਕੱਲੇ ਰਹਿੰਦੇ ਸੀ ਜਾਂ ਨਾਲ ਰਹਿੰਦੇ ਸੀ ਸਾਥੀ ਉਹਨਾਂ ਦੇ? ਉਹਨਾਂ ਦਾ ਪਹਿਲਾਂ ਉਹਨਾਂ ਦਾ ਭਰਾ ਵੀ ਨਾਲ ਰਹਿੰਦਾ ਸੀਗਾ। ਉਹ ਥੋੜ੍ਹੇ ਚਿਰ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੇ। ਜਿਹੜੇ ਆਪਣਾ ਨਾਮ ਰੱਖਿਆ ਸੀ ਉਹਨਾਂ ਰਾਮ ਮੁਹੰਮਦ ਸਿੰਘ ਆਜ਼ਾਦ, ਉਹ ਇੱਥੇ ਰੱਖਿਆ? ਨਹੀਂ, ਉਹ ਇੱਥੇ ਉਹਨਾਂ ਦਾ ਪਹਿਲਾ ਜਿਹੜਾ ਨਾਮ ਸ਼ੇਰ ਸਿੰਘ ਸੀਗਾ। ਸ਼ੇਰ ਸਿੰਘ, ਠੀਕ ਹੈ। ਉਸ ਤੋਂ ਬਾਅਦ ਜਦੋਂ ਇੱਥੋਂ ਚਲੇ ਗਏ, ਉਸ ਤੋਂ ਬਾਅਦ ਹੀ ਉਹਨਾਂ ਨੇ ਨਾਂ ਊਧਮ ਸਿੰਘ ਰੱਖਿਆ ਤੇ ਲੰਡਨ ਜਾ ਕੇ ਉਹਨਾਂ ਉਹ ਦੂਜਾ ਨਾਂ ਰੱਖਿਆ ਸੀਗਾ ਜੀ। ਬਸਰਾ ਸਾਹਿਬ, ਇੱਥੇ ਜਿਹੜੀ ਉਹ ਸਟੱਡੀ ਕਰਦੇ ਸੀਗੇ ਸੈਂਟਰਲ ਯਤੀਮਖਾਨੇ ਦੇ ਵਿੱਚ ਰਹਿੰਦੇ ਸੀ ਔਰ ਸਟੱਡੀ ਕਰਦੇ ਸੀ, ਤੇ ਹੋਰ ਸੇਵਾ ਦੇ ਕੰਮਾਂ 'ਚ ਵੀ ਧਿਆਨ ਸੀਗਾ? ਬਿਲਕੁਲ ਜੀ, ਸ਼ੁਰੂ ਜੋ ਸੇਵਾ ਦੇ ਕੰਮਾਂ 'ਚ ਧਿਆਨ ਦਿੰਦੇ ਸੀ। ਉਹ ਸਾਰੇ ਬੱਚਿਆਂ ਦਾ ਲੁੱਕ ਆਫਟਰ ਵੀ ਕਰਦੇ ਸੀ ਔਰ
ਚੰਗੀ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦਿੰਦੇ ਸੀ। ਤੁਸੀਂ ਤੇ ਉਹਨਾਂ ਬਾਰੇ ਕਾਫੀ ਕਲੈਕਸ਼ਨਸ ਵੀ ਉਹਨਾਂ ਦੇ ਰੱਖੀਆਂ ਨੇ, ਉਹਨਾਂ ਦੇ ਜੀਵਨ ਬਾਰੇ, ਨਿੱਜੀ ਜੀਵਨ ਕਿਦਾਂ ਦਾ ਸੀ ਉਹਨਾਂ ਦਾ, ਸੇਵਾ ਭਾਵਨਾ, ਸਟੱਡੀ ਕਰਨੀ, ਸੇਵਾ ਕਰਨੀ, ਕਿਉਂਕਿ ਆਰਫਨ ਸੀਗਾ। ਕਾਫੀ ਉਹਨਾਂ ਬਾਰੇ ਜੋ ਲਿਖਿਆ ਗਿਆ, ਬਹੁਤ ਸੇਵਾ ਵੀ ਕਰਦੇ ਸੀਗੇ। ਉਹ ਸੇਵਾ ਵੀ ਕਰਦੇ ਸੀ ਔਰ ਨਾਲ ਦੀ ਨਾਲ ਪੜ੍ਹਾਈ ਵੀ ਕਰਦੇ ਸੀਗੇ। ਹਾਂਜੀ। ਦੇਸ਼ ਭਗਤੀ ਨੂੰ ਲੈ ਕੇ ਕਿਵੇਂ ਦੇ ਉਹਨਾਂ ਦੇ ਮਨ ਦੇ ਵਿੱਚ ਜਜ਼ਬਾਤ ਸੀਗੇ ਜਦੋਂ ਇੱਥੇ ਕੌਣ ਸੀ, ਤੇ ਜਦੋਂ ਇਹ ਹਾਦਸਾ ਵਾਪਰੇ ਜਲਿਆਂਵਾਲੇ ਬਾਗ ਦਾ ਖੂਨੀ ਸਾਦਾ, ਕਿਵੇਂ ਦਾ ਬਿਰਤਾਂਤ ਸੀਗਾ? ਉਹ ਐਕਚੁਅਲੀ ਉਹਨਾਂ ਦਾ ਇੱਥੇ ਸਿੱਖੀ ਸਰੂਪ ਨਾਲ ਤੇ ਜੁੜੇ ਸੀਗੇ ਪਹਿਲਾਂ ਇੱਥੇ, ਔਰ ਉਹ ਸਾਰਾ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਸਿੱਖ ਮੂਲਿਆਂ ਨਾਲ ਜੁੜਿਆ ਹੋਇਆ ਸੀਗਾ। ਪਰ 1919 ਦਾ ਜਿਹੜਾ ਸਾਕਾ ਦੇਖ ਕੇ ਉਹਨਾਂ ਨੂੰ ਮਨ 'ਚ ਇੰਨਾ ਰਿਵੈਂਜ ਆਇਆ ਵੀ ਮੈਂ ਹੁਣ, ਔਰ 21 ਸਾਲਾਂ ਬਾਅਦ ਉਹਨਾਂ ਨੇ ਆਪਣਾ ਉਹ ਬਦਲਾ ਲਿਆ ਲੰਡਨ ਵਿੱਚ ਜਾ ਕੇ। ਇਹ ਜਿਹੜੀਆਂ ਤਸਵੀਰਾਂ, ਜਿਹੜੀਆਂ ਕਲੈਕਸ਼ਨਸ ਨੇ, ਤਸਵੀਰਾਂ ਜਿਹੜੀਆਂ ਤੁਸੀਂ ਸਾਂਭ ਕਰਕੇ ਫਿਰ ਵੱਖ-ਵੱਖ ਗੈਲਰੀਜ਼ ਤੋਂ ਮੰਗਾਉਣੀਆਂ ਪੈਂਦੀਆਂ ਨੇ ਜਾਂ ਤੁਹਾਨੂੰ ਇਹ ਸਾਡੇ ਕੋਲ ਹੀ ਸ਼ੁਰੂ ਤੋਂ ਹੈ। ਬਾਕੀ ਅਸੀਂ ਕੁਝ ਮੰਗਾਈਆਂ, ਜਿਸ ਤਰ੍ਹਾਂ ਇਹ ਉਹਨਾਂ ਦੀਆਂ ਅਸਥੀਆਂ ਆਈਆਂ ਜਦੋਂ, ਉਦੋਂ ਦੀ 1940 'ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਓਕੇ, ਅਸਥੀਆਂ ਕਦੋਂ ਆਈਆਂ ਸੀ ਸਰ? ਅਸਥੀਆਂ ਆਈਆਂ ਬਾਅਦ 'ਚ ਆਈਆਂ, ਮੇਰੇ ਨਾਲ 3 ਸਾਲ ਬਾਅਦ, ਜਦੋਂ ਗਵਰਨਮੈਂਟ ਨਾਲ ਕੋਈ ਸਮਝੌਤਾ ਹੋਇਆ ਸੀ ਲੰਡਨ ਵਾਲਿਆਂ ਨਾਲ, ਕਾਫੀ ਬਾਅਦ 'ਚ ਆਈਆਂ ਮੇਰਾ ਖਿਆਲ। ਹਾਂਜੀ। ਤਾਂ ਸਰ ਜਿਹੜੇ ਇੱਥੇ ਕੋਈ ਸਮਾਗਮ ਚੀਫ ਖਾਲਸਾ ਦੀਵਾਨ ਵੱਲੋਂ ਕਰਵਾਏ ਜਾਂਦੇ ਨੇ, ਉਹਨਾਂ ਨੂੰ ਮਤਲਬ ਬਿਲਕੁਲ ਸ਼ਹੀਦ ਊਧਮ ਸਿੰਘ ਨਾਲ ਸੰਬੰਧਿਤ ਜਿੰਨੇ ਵੀ ਫੰਕਸ਼ਨ ਹੁੰਦੇ ਆ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਅੱਜ ਸ਼ਹੀਦੀ ਦਿਨ ਤੇ ਅੱਜ ਇੱਕ ਬਹੁਤ ਵੱਡਾ ਸਮਾਗਮ ਹੋ ਰਿਹਾ ਸਾਡੇ ਉਹਦੇ ਵਿੱਚ ਗੁਰਦੁਆਰਾ ਸਾਹਿਬ 'ਚ। ਉੱਥੇ ਸੁਖਮਨੀ ਸਾਹਿਬ ਦੇ ਪਾਠ ਹੋਏ ਆ, ਕੀਰਤਨ ਹੋਇਆ, ਔਰ ਉਸ ਤੋਂ ਬਾਅਦ ਹੁਣ ਸਾਡੇ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਜੀ ਨਿੱਜਰ ਆ ਰਹੇ ਨੇ, ਉਹ ਬੱਚਿਆਂ ਨੂੰ ਸਿੱਖਿਆ ਦੇਣਗੇ। ਸਾਡੇ ਨਾਲ ਭੱਲਾ ਸਾਹਿਬ ਵੀ ਨੇ, ਮੋਹਨਜੀਤ ਸਿੰਘ ਭੱਲਾ। ਤਾਂ ਸਰ ਤੁਸੀਂ ਦੱਸੋ ਉਹਨਾਂ ਦੀ ਜੀਵਨ ਕਿਵੇਂ ਦਾ ਸੀਗਾ, ਔਰ ਇੱਥੋਂ ਜਿਹੜੀ ਉਹ ਅਵਸਥਾ ਲੈ ਕੇ ਗਏ ਅੱਗੇ, ਕਿਉਂਕਿ ਜਿਹੜਾ ਹਾਲਾਤ ਵਾਪਰੇ ਉਦੋਂ। ਬੇਸਿਕਲੀ ਜੀ ਛੋਟੇ ਬਹੁਤ ਸਨ ਉਸਲੇ, ਬੱਚੇ ਦਾ ਮਨ ਜਿਹੜਾ ਹੁੰਦਾ ਹੈ ਉਹ ਕਿਸੇ ਪਾਸੇ ਵੀ ਮੋਲਡ ਹੋ ਜਾਂਦਾ। ਉਸਲੇ ਉਹਨਾਂ ਦੀ ਉਮਰ ਸਿਰਫ 5 ਸਾਲ ਦੀ ਸੀ ਜਦੋਂ ਇੱਥੇ ਦਾਖਲ ਹੋਏ ਨੇ। ਹਾਂਜੀ। ਤੇ ਜਿਸਲੇ ਹੋਇਆ ਉਸਲੇ 1919 ਦੀ ਗੱਲ ਹੈ, ਉਸਲੇ ਉਹ ਸ਼ਬੀਲ ਦੇ ਤੇ ਗਏ, ਉਹਨਾਂ ਨੇ ਜਿਹੜਾ ਉਹ ਵਾਕਿਆ ਉਸਲੇ ਸਾਕਾ ਦੇਖਿਆ, ਉਹਨਾਂ ਦੇ ਮਨ ਨੂੰ ਇੰਨਾ ਕੁ ਛੂਹ ਗਿਆ ਕਿ ਉਹਨਾਂ ਦੇ ਮਨ 'ਚ ਭਾਵਨਾ ਜਾਗੀ ਕਿ ਵੀ ਮੈਂ ਇਹ ਬਦਲਾ ਲੈਣਾ ਹੀ ਲੈਣਾ। 21 ਸਾਲ ਦਾ ਸਮਾਂ ਬਹੁਤ ਵੱਡਾ ਹੁੰਦਾ, ਔਰ ਉਸ ਵੇਲੇ ਫੌਰਨ ਜਾਣਾ ਇੱਕ ਬਹੁਤ ਵੱਡੀ ਮੁਹਿੰਮ ਹੁੰਦੀ ਸਨ, ਕਿਉਂਕਿ ਉਦੋਂ ਤੇ ਹਵਾਈ ਜਹਾਜ਼ ਨਹੀਂ ਸੀ ਹੁੰਦੇ, ਸਮੁੰਦਰੀ ਜਹਾਜ਼ਾਂ ਦੇ ਥਰੂ ਗਏ। ਪਤਾ ਨਹੀਂ ਕਿੰਨੇ ਕੁ ਭੇਸ ਬਦਲੇ, ਕਿੰਨੇ ਕੁ ਉਹਨਾਂ ਨੇ ਨਾਮ ਬਦਲੇ, ਆਪਣੇ ਡਿਸਗਾਈਜ਼ ਬਹੁਤ ਸਾਰੇ ਉਹਨਾਂ ਨੇ ਰੂਪ ਬਦਲੇ। ਈਵਨ ਉਹਨਾਂ ਨੇ ਆਪਣੇ ਕੇਸ ਵੀ ਕਟਾਏ, ਦੂਸਰੇ ਵੀ ਰੂਪ ਚਾਹੇ, ਕਈ ਵਾਰੀ ਕਈਆਂ 'ਚ ਕਈ ਰੂਪ ਬਦਲੇ ਉਹਨਾਂ ਨੇ, ਔਰ ਆਖਰਕਾਰ ਉਹ ਆਪਣੇ ਜਿਹੜੇ ਮੁਹਿੰਮ ਵਾਸਤੇ ਗਏ ਸਨ, ਜਿਸ ਮਿਸ਼ਨ ਵਾਸਤੇ ਗਏ ਸੀ, ਉਹਦੇ 'ਚ ਸਕਸੈਸਫੁਲ ਹੋਏ। ਸਰ ਅੱਜ ਦੀ ਡੇਟ ਦੇ ਵਿੱਚ ਹੀ ਲੰਡਨ ਜਾਣਾ ਸੌਖਾ ਨਹੀਂ ਆ, ਉਹ ਉਹਨਾਂ ਸਮਿਆਂ ਦੇ ਵਿੱਚ ਗਏ। ਕਿੰਨਾ ਮੁਸ਼ਕਲ ਹੋਏਗਾ ਜਦੋਂ ਉਹ ਉੱਥੇ ਗਏ ਹੋਣਗੇ, ਉਹ ਹੀ ਜਾਣਦੇ ਨੇ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਏਗਾ, ਕਿੰਨੇ ਕੁ ਉਹਨਾਂ ਨੇ ਜਫਰ ਗਾਲੇ ਹੋਣਗੇ ਇਸ ਵਾਸਤੇ। ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਨਾਲ ਵੀ ਕਾਫੀ ਲਗਾਅ ਸੀ ਉਹਨਾਂ ਦਾ, ਉਹਨਾਂ ਦੇ ਨਾਲ ਕੋਈ ਜੁੜਿਆ ਕੋਈ ਮਿਲਦੀ ਤੁਹਾਡੇ ਕੋਲ ਰਿਕਾਰਡ ਦੇ ਵਿੱਚ ਕਿ ਉਹਨਾਂ ਦਾ ਸੰਬੰਧ ਸੀਗਾ? ਬੇਸਿਕਲੀ ਐਕਚੁਅਲੀ ਜਿਸਲੇ ਉਹ ਜਵਾਨੀ 'ਚ ਆਏ ਨੇ, ਉਸਲੇ ਤੇ ਸਾਡੇ ਕੋਲ ਚਲੇ ਗਏ 1919 'ਚ, ਉਸ ਤੋਂ ਬਾਅਦ ਚਲੇ ਗਏ ਸਨ। ਇੱਥੇ ਤੇ ਛੋਟੇ ਹੁੰਦਿਆਂ ਜ ਰਹੇ ਨੇ, ਉਸਲੇ ਪੜ੍ਹਾਈ ਕੀਤੀ, ਇੱਥੋਂ ਸੇਵਾ ਭਾਵਨਾ ਲਈ ਸਾਰੀ, ਕਿਉਂਕਿ ਜਿਸ ਤਰ੍ਹਾਂ ਉੱਥੇ ਬੇਸਿਕਲੀ ਸ਼ਬੀਲ ਦੀ ਡਿਊਟੀ ਲੱਗੀ ਹੋਈ ਸੀ। ਇੱਥੋਂ ਬੱਚੇ ਯਤੀਮਖਾਨੇ ਵੱਲੋਂ ਸ਼ਬੀਲ, ਹਾਂਜੀ ਯਤੀਮਖਾਨੇ ਵੱਲੋਂ ਪਾਣੀ ਪਿਆਉਣ ਦੀ ਸੇਵਾ ਉੱਥੇ, ਕਿਉਂਕਿ ਐਡਾ ਵੱਡਾ ਇਕੱਠ ਹੋਇਆ ਸੀ ਤੇ ਇੱਥੋਂ ਬੱਚੇ ਗਏ ਸੀ ਪਾਣੀ ਪਿਆਉਣ ਦੀ ਸੇਵਾ। ਉੱਥੇ ਉਹਨਾਂ ਨੇ ਵਿਚਾਰਿਆਂ ਨੇ ਕੋਈ ਉੱਥੇ ਜਿਹੜੀਆਂ ਉਸ ਵੇਲੇ ਲਾਸ਼ਾਂ ਹੋ ਗਈਆਂ ਸੀ ਇਕੱਠੀਆਂ, ਉਹਨਾਂ ਨੂੰ ਕੋਈ ਹੱਥ ਨਹੀਂ ਸੀ ਲਾ ਰਿਹਾ, ਔਰ ਇੱਥੋਂ ਹੀ ਬੱਚੇ ਜਿਹੜੇ ਜਾ ਕੇ ਉਹਨਾਂ ਨੇ ਸੇਵਾ ਕੀਤੀ, ਉਹ ਲਾਸ਼ਾਂ ਨੂੰ ਚੁੱਕਿਆ ਔਰ ਉਹ ਉੱਥੇ ਪਹੁੰਚਾਇਆ ਜਿੱਥੇ ਜ਼ਖਮੀ ਵੀ ਸੀਗੇ, ਉਹਨਾਂ ਦੀ ਵੀ ਸੇਵਾ ਕੀਤੀ, ਬਹੁਤ ਸੇਵਾ ਕੀਤੀ। ਪਾਣੀ ਵੀ ਪਿਆਉਂਦੇ ਰਹੇ, ਪੱਟੀਆਂ ਵੀ ਦਾਰੂ ਕਰਦੇ ਰਹੇ, ਜੋ ਦਵਾ ਦਾਰੂ ਸੀ ਉਹਨਾਂ ਨੇ ਕੀਤਾ। ਤੇ ਅਸੀਂ ਅੱਜ ਉਹਨਾਂ ਦਾ ਦਿਨ ਮਨਾ ਰਹੇ ਹਾਂ। ਆਪਣੇ ਯਤੀਮਖਾਨੇ ਦੇ ਵੀ ਕੋਈ ਸਟੂਡੈਂਟ ਜਾਂ ਉਸ ਸਮੇਂ ਦੇ ਵਿਦਿਆਰਥੀ ਜਾਂ ਸੇਵਾਦਾਰ ਜਿਹੜੇ ਜ਼ਖਮੀ ਹੋਏ ਸੀ ਜਾਂ ਸੱਟ ਲੱਗੀ ਸੀ? ਨਹੀਂ, ਬੱਚੇ ਅੰਦਰ ਨਹੀਂ ਸੀ ਹੈਗੇ, ਸਾਡੇ ਬੱਚੇ ਬੇਸਿਕਲੀ ਪਾਣੀ ਪਿਆਉਣ ਦੇ ਉੱਤੇ ਹੈਗੇ ਸਨ, ਬਾਹਰ ਹੀ ਸਨ। ਆਰਫਨਸ ਦੇ ਨਾਲ ਕਿੰਨਾ ਚਿਰ ਜੁੜੇ ਰਹੇ? ਸੁਣਨ 'ਚ ਇਹ ਵੀ ਹੁੰਦਾ ਕਿ ਕਾਫੀ ਲਗਾਵ ਸੀਗਾ ਉਹਨਾਂ ਦੇ ਨਾਲ, ਯਤੀਮਖਾਨੇ ਦੇ ਨਾਲ, ਕਿਉਂਕਿ ਮਜ਼ਲੂਮ ਬੱਚੇ ਇੱਥੇ ਰਹਿੰਦੇ ਸੀਗੇ, ਵੱਖ-ਵੱਖ ਗਰੀਬ ਘਰਾਂ ਦੇ ਸੀਗੇ। 12 ਸਾਲ ਇੱਥੇ ਰਹੇ ਆ ਜੀ, 5 ਸਾਲ ਦੀ ਉਮਰ ਦੇ ਵਿੱਚ ਉਹ ਆਏ ਸੀ, 12 ਸਾਲ ਇੱਥੇ ਰਹੇ, 1919 'ਚ ਗਏ ਨੇ। ਤੇ ਤੁਸੀਂ ਇਹ ਦੇਖੋ ਕਿ ਵੀ ਉਹਨਾਂ ਦਾ ਇੱਕ ਵੱਡਾ ਭਾਈ ਵੀ ਸੀਗਾ, ਉਹਦੀ ਡੈਥ ਜਲਦੀ ਹੋ ਗਈ ਸੀ, 10 ਸਾਲ ਦੀ ਉਮਰ 'ਚ ਜਦੋਂ ਉਹ ਆਇਆ ਸੀ, ਉਹਦਾ 10 ਸਾਲ ਸੀ ਤੇ ਇਹਨਾਂ ਦੀ 5 ਸਾਲ ਸੀਗੀ। ਪਰ ਉਹ ਇੱਕ ਅੱਧੇ ਸਾਲ ਬਾਅਦ ਉਹਦੀ ਵਿਚਾਰੇ ਦੀ ਡੈਥ ਹੋ ਗਈ ਸੀਗੀ ਜਲਦੀ। ਪਹਿਲੇ ਇਹਨਾਂ ਦੇ ਮਾਂ ਪਿਓ ਸ਼ਹੀਦ ਹੋ ਗਏ, ਦੋਨੋਂ ਮਤਲਬ ਗੁਜ਼ਰ ਗਏ, ਫਿਰ ਇਹਨਾਂ ਨੂੰ ਇੱਥੇ ਕੋਈ ਦਾਖਲ ਕਰਾ ਕੇ ਗਿਆ, ਔਰ ਦੋਨੋਂ ਬੱਚੇ ਇੱਥੇ ਹੀ ਮੁੜ ਕੇ ਹੈਗੇ ਸਨ।
ਪਰ ਫਿਰ ਵੱਡੇ ਭਾਈ ਦੀ ਵੀ ਡੈਥ ਹੋ ਗਈ ਔਰ ਇਹ ਆਪਣਾ ਇਸ ਮੁਹਿੰਮ ਦੇ ਵਿੱਚ ਲੱਗ ਗਏ। ਸਾਰੀ ਜ਼ਿੰਦਗੀ ਇਹਨਾਂ ਨੇ ਇਸੇ ਪਾਸੇ ਲਾਈ ਹੈ। 21 ਸਾਲ ਇੰਨਾ ਜਫਰ ਗਾਲ ਕੇ ਉੱਥੇ ਪਹੁੰਚੇ ਔਰ ਆਪਣੇ ਮਿਸ਼ਨ ਨੂੰ ਅੰਜਾਮ ਦਿੱਤਾ ਇਹਨਾਂ। ਮਤਲਬ ਮੇਰਾ ਸਵਾਲ ਇੱਕ, ਜਿਵੇਂ 12 ਸਾਲ ਇੱਥੇ ਰਹੇ, ਇੰਨਾ ਵੱਡਾ ਨਾਮ ਆ ਔਰ ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਆ, ਉਹਨਾਂ ਨੇ ਉਹ ਬਦਲਾ ਲਿਆ ਕਿ ਜਿਹੜਾ ਬਹੁਤ ਜ਼ਰੂਰੀ ਵੀ ਸੀਗਾ ਔਰ ਜਿਹੜਾ ਕਿ ਹਿੰਮਤ ਵੀ ਨਹੀਂ ਸੀ ਕਿਸੇ ਦੀ। ਜਿਹੜਾ ਇਹ ਮਿਊਜ਼ੀਅਮ ਆ, ਹਾਲਾਂਕਿ ਸਨਾਮ ਦੇ ਵਿੱਚ ਵੀ ਉਹਨਾਂ ਦੇ ਨਾਲ ਸੰਬੰਧਿਤ ਗਵਰਨਮੈਂਟ ਕਰਦੀ ਆ, ਇਹ ਯਤੀਮਖਾਨੇ ਦੇ ਲਈ ਜਿਹੜਾ ਇੱਕ ਕਮਰਾ ਆ, ਇੱਥੇ ਉਹਨਾਂ ਦੀਆਂ ਬਿਲੋਂਗਿੰਗਸ ਜਿਹੜੀਆਂ ਨੇ ਤੇ ਯਤੀਮ ਤੁਸੀਂ ਸੀਕੇਡੀ ਨੇ ਸਾਂਭੀਆਂ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਸਰਕਾਰ ਵੱਲੋਂ ਵੀ ਐਫਰਟ ਹੋਣੇ ਚਾਹੀਦੇ ਕਿ ਇਸ ਨੂੰ ਵਧੀਆ ਨਿਖਾਰਿਆ ਜਾਵੇ, ਕੁਝ ਇੱਥੇ ਅਜਿਹਾ ਉਪਰਾਲਾ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਯਾਦ ਜਿਹੜਾ ਇਹ ਯੋਗਦਾਨ ਹੈ ਜਾਂ ਜਿਹੜਾ ਇੱਥੇ ਸਮਾਂ ਬਿਤਾਇਆ ਆ ਉਸ ਨੂੰ ਹੋਰ ਜਿਹੜਾ ਲੋਕਾਂ ਨੇ ਵਧੀਆ ਢੰਗ ਨਾਲ ਲਿਜਾਇਆ ਜਾ ਸਕੇ। ਇਹ ਜਿਹੜਾ ਸੰਸਥਾ ਹੈ ਇਹ ਚੀਫ ਖਾਲਸਾ ਦੀਵਾਨ ਦੀ ਸੰਸਥਾ ਆ ਔਰ ਇੱਥੇ ਗੌਰਮੈਂਟ ਦਾ ਸਾਨੂੰ ਕੋਈ ਵੀ ਸਹਿਯੋਗ ਨਹੀਂ ਅੱਜ ਤੱਕ ਮਿਲਿਆ। ਅਸੀਂ ਇਹ ਸਾਰਾ ਜਿਹੜੇ ਅੱਜ 200 ਬੱਚੇ ਯਤੀਮਖਾਨੇ 'ਚ ਪੜ੍ਹ ਰਹੇ ਨੇ ਅੱਜ ਵੀ, ਤੇ ਉਹ ਮਤਲਬ ਉਹਨਾਂ ਦਾ ਹੀ ਦੇਣ ਹੈ ਚੀਫ ਖਾਲਸਾ ਦੀਵਾਨ ਦੀ ਵੀ ਇਹ 100 ਸਾਲ ਤੋਂ ਇਹ ਚੱਲ ਰਿਹਾ। ਇਹ ਅਦਾਰਾ ਆ ਤਕਰੀਬਨ 100 ਤੇ 10 ਸਾਲ ਤੋਂ ਉੱਪਰ ਹੋ ਗਿਆ ਜੀ ਸਾਨੂੰ ਚਲਾਉਂਦਿਆਂ ਨੂੰ। ਇਹ ਵਾਹਿਗੁਰੂ ਦੀ ਕਿਰਪਾ ਹੈ, ਇਹ ਗੌਰਮੈਂਟ ਦੀ ਕੋਈ ਏਡ ਨਹੀਂ ਹੈਗੀ। ਜਿੰਨੀ ਵੀ ਸੇਵਾ ਹੈਗੀ ਹੈ ਲੋਕਾਂ ਦੀ ਹੈ, ਚੈਰਿਟੀ ਹੈ, ਚੈਰਿਟੀ ਦੇ ਉੱਤੇ ਚੱਲ ਰਿਹਾ। ਕਿੰਨੇ ਬੱਚੇ ਨੇ? 200 ਬੱਚਾ ਜੀ ਅੱਜ ਵੀ ਪੜ੍ਹ ਰਿਹਾ। ਸਾਡੇ ਕੋਲ ਇੱਕ ਯਤੀਮਖਾਨਾ ਸੈਂਟਰਲ ਖਾਲਸਾ ਔਰਫਨ ਜਿਹਨੂੰ ਕਹਿੰਦੇ ਆਪਾਂ, ਤੇ ਇੱਕ ਸਾਡੇ ਕੋਲ ਗੁਰਮਤ ਕਾਲਜ ਆ, ਉਹਦੇ ਬੱਚੇ ਜਿਹੜੇ ਗੁਰਮਤ ਨਾਲ ਸੰਬੰਧਿਤ ਨੇ ਉਹ ਆਪਣੇ ਮਸ਼ਹੂਰ ਰਾਗੀ ਅਸੀਂ ਬਣਾਏ ਨੇ ਜਿਹੜੇ ਕਿ ਇੱਥੋਂ ਹੀ ਨਿਕਲ ਕੇ ਗਏ ਬਹੁਤ ਜ਼ਿਆਦਾ ਨੇ। ਰਾਗੀ ਨੇ। ਭਾਈ ਗੋਪਾਲ ਦਾਸ ਜੀ ਦਾ ਬੜਾ ਨਾਮ ਹੈ, ਸਮੁੰਦਰ ਸਿੰਘ ਜੀ, ਹੋਰ ਬਹੁਤ ਸਾਰੇ ਹੋਏ ਨੇ ਇੱਥੋਂ। ਕਹਿੰਦਾ ਬਾਬਾ ਕਿ ਸਰਕਾਰ ਵੱਲੋਂ ਇਸ ਕਮਰੇ ਤੁਹਾਡੇ ਆਪਣੇ ਵੱਲੋਂ ਇਸ ਕਮਰੇ ਨੂੰ ਵੀ ਜਿਹੜਾ ਵਾ ਨਿਖਾਰਨ ਲਈ ਵੀ ਕਦੀ ਵੀ ਯੋਗਦਾਨ ਨਹੀਂ। ਪਰ ਇਹ ਆ ਕਿ ਸਮੇਂ-ਸਮੇਂ ਤੇ ਆਉਂਦੇ ਤੇ ਰਹੇ ਨੇ ਨਾ ਜਿਹੜੇ ਵੱਖ-ਵੱਖ ਵੱਡੀਆਂ ਸ਼ਖਸੀਅਤਾਂ ਤੇ ਹੁੰਦੀਆਂ ਰਹਿੰਦੀਆਂ ਨੇ। ਹਾਂਜੀ, ਉਹ ਵੇਖਣ ਜ਼ਰੂਰ ਆਉਂਦੇ ਆ। ਹੁਣ ਇਹ ਰੀਸੈਂਟਲੀ ਅਸੀਂ ਇਹ ਕਮਰਾ ਸਾਰਾ ਰੈਨੋਵੇਟ ਕੀਤਾ ਕਿਉਂਕਿ ਇਹ ਬਹੁਤ ਪੁਰਾਣਾ ਕਮਰਾ ਸੀਗਾ। ਪੱਖਾ ਵੀ ਉਹੀ ਹੈ ਜੀ, ਪੱਖਾ ਵੀ ਉਹੀ ਹੈ ਜੀ। ਹਾਂ, ਆਹ ਟਰੰਕ ਉਹਨਾਂ ਦਾ, ਆਹ ਭਾਂਡੇ ਉਹਨਾਂ ਦੇ, ਆਹ ਦੇਖੋ ਜੀ। ਤਾਂ ਬਿਲਕੁਲ ਇਹ ਬਿਲੋਂਗਿੰਗਸ ਜਿਹੜੀਆਂ ਨੇ ਇਹ ਸ਼ਹੀਦ ਊਧਮ ਸਿੰਘ ਜਿਹੜੇ ਨੇ ਉਹਨਾਂ ਦੇ ਬਰਤਨ ਨੇ ਜਿਹੜੇ ਉਸ ਵੇਲੇ ਦੇ ਅੱਜ ਤੋਂ ਤਕਰੀਬਨ 100 ਸਾਲ ਪੁਰਾਣੇ ਉਹਨਾਂ ਦੇ ਬਰਤਨ, ਜਦੋਂ ਉਹ ਇੱਥੇ 12 ਸਾਲ ਇੱਥੇ ਰਹੇ ਤੇ 12 ਸਾਲ ਦੇ ਦੌਰਾਨ ਇਹ ਲੈਂਪ ਉਹਨਾਂ ਦੀ ਜਿਹੜੀ ਸੀ, ਇਸ ਲੈਂਪ ਦੀ ਵੀ ਇਸਤੇਮਾਲ ਉਹ ਕਰਦੇ ਸੀ। ਤਾਂ ਜਿਹੜੇ ਬਰਤਨ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਡੋਲ ਇੱਥੇ ਪਏ ਨੇ ਔਰ ਥਾਲੀ ਜਾਂ ਬਰਤਨ ਜਿਹੜੇ ਉਸ ਵੇਲੇ ਦੇ ਤਾਂਬੇ ਦੇ ਬਰਤਨ ਜਿਹੜੇ ਸੀ ਉਹ ਇਸਤੇਮਾਲ ਕੀਤੇ ਜਾਂਦੇ ਸੀ। ਇਹ ਉਹਨਾਂ ਦੀ ਰਜਿਸਟਰਡ ਦੇ ਵਿੱਚ ਐਂਟਰੀ ਹੈ ਜਿਹੜੀ ਇਸ ਜਗ੍ਹਾ ਦੇ ਉੱਤੇ ਜਿੱਥੇ ਸ਼ੇਰ ਖਾਨ ਉਹਨਾਂ ਦਾ ਨਾਮ ਹੁੰਦਾ ਸੀ, ਸ਼ੇਰ ਸਿੰਘ ਨਾਮ ਸੀ। ਤਾਂ ਇਸ ਜਗ੍ਹਾ ਦੇ ਉੱਤੇ 1907 ਦੀ ਉਹਨਾਂ ਦੀ ਐਂਟਰੀ ਹੈ ਯਤੀਮਖਾਨੇ ਦੇ ਵਿੱਚ ਜਿਹੜੀ ਉਹਨਾਂ ਦੀ ਕਰਵਾਈ ਸੀ। ਤਾਂ ਉਹਨਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਮਹੱਤਵਪੂਰਨ ਦਸਤਾਵੇਜ਼ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਤੇ ਸਾਂਭੇ ਗਏ ਨੇ। ਇਹ FIR ਹੈ ਜਿਹੜੀ ਦਰਜ ਹੋਈ ਹੈ। ਸਾਡੇ ਨਾਲ ਇੱਥੇ ਉਹਨਾਂ ਕੋਲ ਜਾਣਕਾਰੀ ਲੈਣੇ। ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਰਜੀਤ ਹੈ। ਬਟ ਕਿਹੜੀ FIR ਕਿਹੜੀ ਹੈ? ਇਹ FIR ਜਿਹੜੀ ਆਪਣੀ ਨੌਲੇਜ ਨਹੀਂ ਇਹਨਾਂ ਦੇ ਉੱਪਰ ਹੋਈ ਹੈ। ਠੀਕ। ਤਾਂ ਤਮਾਮ ਜਿਹੜੇ ਉਹਨਾਂ ਨਾਲ ਸੰਬੰਧਿਤ ਦਸਤਾਵੇਜ਼ ਨੇ ਇੱਥੇ ਰੱਖੇ ਗਏ ਨੇ। ਤਾਂ ਸਾਡੇ ਨਾਲ ਡਾਕਟਰ ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਤੋਂ ਵਿਧਾਇਕ ਵੀ ਨੇ ਔਰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵੀ ਨੇ। ਜਿਹੜੀ ਇਹ ਯਤੀਮਖਾਨਾ ਸੈਂਟਰਲ ਯਤੀਮਖਾਨਾ ਇਸੇ ਹੀ ਚੀਫ ਖਾਲਸਾ ਦੀਵਾਨ ਦੇ ਅਧੀਨ ਚੱਲਦਾ। ਤੇ ਡਾਕਟਰ ਨਿੱਜਰ ਵੀ ਅੱਜ ਇੱਥੇ ਪਹੁੰਚੇ ਨੇ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ, ਕੀ ਕਹਿਣਾ ਚਾਹੁੰਦੇ ਜੀ? ਕਿਉਂਕਿ ਉਹਨਾਂ ਦੀ ਚੀਫ ਖਾਲਸਾ ਦੀਵਾਨ ਦੇ ਨਾਲ ਵੀ ਲੰਬੀਆਂ ਸਮੇਂ ਜ਼ਿਆਦਾ ਜੁੜੀਆਂ ਜੀ ਉਹਨਾਂ ਦੀਆਂ। फैज़ अहमद फैज़ ਦੀਆਂ ਬੜੀ ਸੋਹਣੀ ਦੋ ਲਾਈਨਾਂ ਨੇ। ਉਹ ਕਹਿੰਦੇ ਆ, ਜਿਸ धज से कोई मकतल पे गया वो शान सलामत रहती है, ये जान की कोई बात नहीं है, जान तो आनी जानी है। ਸੋ ਇਹ ਜਿਹੜੀ ਜਾਨ ਹੈ ਤੁਹਾਡੀ ਵੀ ਜਾਣੀ ਹੈ, ਮੇਰੀ ਵੀ ਜਾਣੀ ਹੈ, ਸਭ ਨੇ ਚਲੇ ਜਾਣਾ ਦੁਨੀਆ ਛੱਡ ਕੇ। ਲੇਕਿਨ ਜਿਸ ਤਰੀਕੇ ਨਾਲ ਅਸੀਂ ਕੰਡਕਟ ਕਰਦੇ ਹਾਂ ਆਪਣੇ ਨੂੰ ਦੁਨੀਆ 'ਚ, ਜਿਸ ਤਰੀਕੇ ਨਾਲ ਅਸੀਂ ਆਪਣੀ ਮੌਤ ਨੂੰ ਸਵੀਕਾਰ ਕਰਦੇ ਹਾਂ, ਉਹ ਲੋਕਾਂ ਨੂੰ ਯਾਦ ਰਹਿ ਜਾਂਦਾ। ਸੋ ਸ਼ਹੀਦ ਊਧਮ ਸਿੰਘ ਜੋ ਕਿ ਇੱਥੇ ਆਸ਼ਰਮ ਵਿੱਚ, ਜਿਹਨੂੰ ਅਸੀਂ ਸੈਂਟਰਲ ਯਤੀਮਖਾਨਾ ਵੀ ਕਹਿੰਦੇ ਆ, ਔਰ ਇੱਥੇ ਉਹ 12 ਸਾਲ ਉਹਨਾਂ ਜ਼ਿੰਦਗੀ ਦੇ ਬਹੁਮੁੱਲੇ 12 ਸਾਲ ਕੱਟੇ। ਛੋਟੀ ਉਮਰ 'ਚ ਆ ਕੇ ਸੀ, ਮਾਤਾ ਪਿਤਾ ਦੇਹਾਂਤ ਹੋ ਗਿਆ ਸੀ। ਉਹ ਤੇ ਭਰਾ ਦੋਵੇਂ ਆਏ ਸੀਗੇ, ਭਰਾ ਦੀ ਛੇਤੀ ਡੈਥ ਹੋ ਗਈ ਸੀ, ਸੋ ਇਕੱਲੇ ਰਹਿ ਗਏ ਸੀਗੇ। ਉਹਨਾਂ 12 ਸਾਲ ਕੱਟੇ ਔਰ ਇੱਥੇ ਪੜ੍ਹੇ, ਇੱਥੇ ਲਿਖੇ, ਇੱਥੇ ਉਹਨਾਂ ਸਭ ਕੁਝ ਉਹਦਾ ਕਰੈਕਟਰ ਬਿਲਡਿੰਗ ਹੋਈ। ਇੱਥੇ ਉਹਨਾਂ ਨੂੰ ਠੀਕ ਗਲਤ ਦਾ ਪਹਿਚਾਣ ਕਰਾਈ ਗਈ। ਸੋ ਬੜੀ ਹਿਸਟੋਰੀਕਲ ਜਗ੍ਹਾ ਹੈ। ਔਰ ਆ ਕਮਰਾ ਜਿਹੜਾ ਸਾਡੇ ਲੈਫਟ ਸਾਈਡ 'ਤੇ ਬਾएं ਬੰਨੇ ਜਿਹੜਾ ਕਮਰਾ ਹੈ, ਇੱਥੇ ਉਹਦੇ ਉੱਤੇ ਪੱਖਾ ਉਹੀ ਪੁਰਾਣਾ ਲੱਗਾ ਹੋਇਆ, ਉਹਦੇ ਭਾਂਡੇ ਪਏ ਨੇ, ਉਹਦਾ ਸੰਦੂਕ ਪਿਆ, ਉਹਨਾਂ ਦੇ ਸਰਟੀਫਿਕੇਟ ਪਿਆ ਜਿਹਦੇ 'ਚ ਉਹਦਾ ਨਾਂ ਰਜਿਸਟਰਡ ਹੈ।
ਸੋ ਇਹ ਬੜਾ ਯਾਦਗਾਰ ਜਿਹੜਾ ਦਿਨ ਹੈ ਸਾਡੇ ਵਾਸਤੇ ਅੱਜ ਇਹ। ਅਸੀਂ ਬਹੁਤ ਮਹਿਸੂਸ ਕਰਦੇ ਹਾਂ ਕਿ ਸਾਡੇ ਜਿਹੜੇ ਬੱਚੇ ਇੱਥੋਂ ਨਿਕਲੇ ਨੇ ਯਤੀਮਖਾਨੇ ਜਿਨ੍ਹਾਂ ਨੇ ਸਿੱਖਿਆ ਲਈ ਇੱਥੋਂ, ਔਰ ਉਹਨਾਂ ਨੇ ਜਿਹੜੀ ਮੱਲਾਂ ਮਾਰੀਆਂ ਦੁਨੀਆ ਜਾ ਕੇ, ਸ਼ਹੀਦ ਊਧਮ ਸਿੰਘ ਉਹਨਾਂ ਸਭ ਤੇ ਸਰਮੌਰ ਨੇ, ਸਭ ਤੋਂ ਇੱਕ ਨੰਬਰ ਤੇ ਨੇ। ਔਰ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇੱਕ ਹਲੂਣਾ ਦਿੱਤਾ ਸੀਗਾ ਕਿ ਤੁਸੀਂ ਗੁਲਾਮ ਬਣ ਕੇ ਬੈਠੇ ਹੋ, ਇਹ ਗੁਲਾਮੀ ਦੀ ਜ਼ਿੰਦਗੀ ਠੀਕ ਨਹੀਂ। ਔਰ ਉਹਦੇ ਬਾਅਦ ਉਹਨੇ ਸ਼ਹਾਦਤ ਤੋਂ ਬਾਅਦ ਇਹ ਜਿਹੜੀ ਮੂਵਮੈਂਟ ਹੈ ਹੋਰ ਸਪੀਡ ਫੜ ਗਈ ਸੀਗੀ। ਔਰ ਇਹ ਦੂਜੀ ਸਾਨੂੰ ਮੂਵਮੈਂਟ ਦੀ ਲੋੜ ਹੈ। ਅਸੀਂ ਆਜ਼ਾਦ ਹੋ ਗਏ ਹਾਂ, ਲੇਕਿਨ ਸਾਡੇ ਖਿਆਲ ਉਸੇ ਤਰ੍ਹਾਂ ਹੀ ਗੁਲਾਮ ਨੇ। ਅਸੀਂ ਹਾਲੇ ਵੀ ਇੱਕ ਮਾਨਸਿਕ ਗੁਲਾਮੀ ਜਿਹੜੀ ਹੁੰਦੀ ਹੈ ਉਹਦੇ ਸ਼ਿਕਾਰ ਬਣੇ ਬੈਠੇ ਹਿੰਦੁਸਤਾਨੀ ਸਾਰੇ। ਅਸੀਂ ਧਰਮ ਦੇ ਗੁਲਾਮ ਆ, ਜਾਂ ਅਸੀਂ ਇੱਕ ਪਾਰਟੀ ਦੇ ਗੁਲਾਮ ਹੈ, ਜਾਂ ਅਸੀਂ ਕਿਸੇ ਦੇ ਗੁਲਾਮ ਆ। ਅਸੀਂ ਮਾਨਸਿਕ ਤੌਰ ਤੇ ਪੂਰੇ ਆਜ਼ਾਦ ਨਹੀਂ ਹੈ। ਸੋ ਅਪੀਲ ਮੈਂ ਦੁਬਾਰਾ ਸਭ ਨੂੰ ਇਹ ਕਰਦਾ ਕਿ ਜਿਹੜੇ ਅੱਜ ਦਾ ਦਿਨ ਹੈ, ਹਫਤਾ ਜਿਹੜਾ 10 ਦਿਨ ਨੇ, ਮਹੀਨਾ ਹੈ, ਤੁਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੋ। ਔਰ ਯਾਦ ਰੱਖਦੇ ਹੋਏ ਇਹੋ ਜਿਹਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਇਹ ਦੇਸ਼ ਨੂੰ ਨੁਕਸਾਨ ਹੁੰਦਾ ਹੋਵੇ। ਡਾਕਟਰ ਸਾਹਿਬ, ਜਿਹੜਾ ਮਿਊਜ਼ੀਅਮ ਹੈ ਹਾਲ ਹੀ 'ਚ ਇਹਦੀ ਰੈਨੋਵੇਸ਼ਨ ਤੇ ਚੀਫ ਖਾਲਸਾ ਦੀਵਾਨ ਵੱਲੋਂ ਯਤੀਮਖਾਨਾ ਵੱਲੋਂ ਕਮੇਟੀ ਵੱਲੋਂ ਕਰਾਈ ਗਈ। ਸਰਕਾਰ ਕੰਨੀਓ ਕੋਈ ਇਸ ਦੇ ਬਾਰੇ ਕੋਈ ਜਿਹੜੇ ਕਿ ਪੁਰਾਣੇ ਸਰਟੀਫਿਕੇਟ ਪਏ ਨੇ, ਜੇ ਹੋਰ ਜ਼ਿਆਦਾ ਸਮਾਂ ਤੇ ਖਰਾਬ ਹੋ ਜਾਣੇ ਆ, ਇਹਨਾਂ ਦੇ ਡਿਜੀਟਲਾਈਜੇਸ਼ਨ ਸੰਬੰਧੀ ਕੋਈ ਇਸ ਤਰ੍ਹਾਂ ਦੇ ਕੋਈ ਉਪਰਾਲੇ ਕੀਤੇ ਜਾ ਰਹੇ ਜੀ? ਬਿਲਕੁਲ, ਤੁਹਾਡੇ ਨਾਲ ਹੁਣੇ ਤਾਂ ਡਿਸਕਸ ਕਰ ਰਹੇ ਸੀ ਆਪਾਂ ਕਿ ਇਹਨੂੰ ਡਿਜੀਟਲਾਈਜ਼ ਕਰ ਲਿਆ ਜਾਵੇ। ਜਿਹੜੇ ਸੰਦੂਕ ਵਗੈਰਾ ਨੇ, ਭਾਂਡੇ ਜਿਹੜੇ ਨੇ, ਚਲੋ ਉਹ ਤੇ ਆਪਾਂ ਥੋੜ੍ਹੇ ਪ੍ਰੀਜ਼ਰਵ ਨੇ, ਸੰਦੂਕ ਨੂੰ ਜੰਗਾਲ ਲੱਗ ਜਾਏਗਾ। ਸੋ ਉਹਨੂੰ ਵੀ ਦੇਖਦੇ ਹਾਂ ਕੋਈ ਬੈਸਟ ਪੋਸੀਬਲ ਤਰੀਕੇ ਕਿ ਉਹਦੀ ਸ਼ਕਲ ਚੇਂਜ ਕੀਤੇ ਬਿਨਾਂ ਉਹਨੂੰ ਕੋਈ ਕੋਟਿੰਗ ਉਸ 'ਤੇ ਕੋਈ ਹੋ ਜਾਏ ਜਿੱਦਾਂ ਉਹੀ ਰੂਪ 'ਚ ਰਵੇ, ਲੇਕਿਨ ਉਹਨੂੰ ਜੰਗਾਲ ਨਾ ਲੱਗੇ। ਸੋ ਜਿੰਨੇ ਵੀ ਉਹਨਾਂ ਦੇ ਆਰਟੀਫੈਕਟ ਸਾਡੇ ਕੋਲ, ਅਸੀਂ ਉਹਨਾਂ ਨੂੰ ਹੋਰ ਚੰਗੀ ਤਰ੍ਹਾਂ ਡਿਸਪਲੇ ਕਰਾਂਗੇ ਤੇ ਜਿਹੜੀ ਯਾਦ ਆ ਉਹਨਾਂ ਦੀ, ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਾਂਗੇ। ਔਰ ਸਾਡੇ ਵਾਸਤੇ ਬਹੁਤ ਮਹਾਨ ਹਸਤੀ ਨੇ। ਸਰਕਾਰ ਪੱਧਰ ਤੇ ਸਮਾਗਮ ਵੀ ਡਾਕਟਰ ਸਾਹਿਬ ਅਗਲੇ ਸਮੇਂ 'ਚ ਕੀਤੇ ਜਾ ਸਕਦੇ ਆ ਕਿ ਕੋਈ ਇੱਥੇ ਵੱਡੇ ਸਮਾਗਮ ਹੋਣ ਜਿਹੜੇ ਇੱਥੇ ਆ ਕੇ ਉਹਨਾਂ ਨੂੰ, ਕਿਉਂਕਿ ਸੁਨਾਮ ਦੇ ਵਿਖੇ ਤੇ ਚੱਲ ਰਹੇ ਸਮਾਗਮ ਜੀ, ਇਸ ਜਗ੍ਹਾ ਨੂੰ ਵੀ ਜਿਹੜਾ ਵਿਸਾਰਿਆ ਨਹੀਂ ਜਾਣਾ ਚਾਹੀਦਾ। ਅਸੀਂ ਸੱਦਾ ਦਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਹਿਬ ਨੂੰ ਉਹ ਕਈ ਵਾਰੀ ਹਿਸਟਰੀ ਪੂਰੀ ਦਾ ਪਤਾ ਨਹੀਂ ਹੁੰਦਾ। ਸੋ ਉਹਨਾਂ ਨੂੰ ਵੀ ਅਸੀਂ ਇੱਕ ਵਾਰੀ ਦੱਸਾਂਗੇ ਕਿ ਸਾਡੇ ਇੱਥੇ 12 ਸਾਲ ਉਹਨਾਂ ਨੇ ਆਪਣੇ ਬਹੁਤ ਬਹੁਮੁੱਲੇ 12 ਸਾਲ ਕੱਟੇ ਨੇ। ਸੋ ਇੱਥੇ ਵੀ ਕੋਈ ਸਮਾਗਮ ਸਟੇਟ ਲੈਵਲ ਦਾ ਹੋ ਸਕਦਾ ਅਗਲੇ ਸਾਲ ਕਰਾਇਆ ਜਾਵੇ। ਸੋ ਇਹ ਸਾਡੀ ਰਿਕੁਐਸਟ ਕਰਾਂਗੇ ਸਰਕਾਰ ਨੂੰ। ਥੈਂਕ ਯੂ ਸਰ। ਡਾਕਟਰ ਇੰਦਰਬੀਰ ਸਿੰਘ ਨਿੱਜਰ, ਤਾਂ ਅਗਲੇ ਸਾਲ ਜਿਹੜਾ ਹੈ ਵੱਡਾ ਸਟੇਟ ਪੱਧਰ ਦਾ ਸਮਾਗਮ ਇੱਥੇ ਕਰਵਾਇਆ ਜਾ ਰਿਹਾ ਤੇ ਕਰਵਾਇਆ ਜਾ ਸਕਦਾ ਹੈ, ਤੇ ਨਾਲ ਹੀ ਜਿਹੜੀਆਂ ਬਿਲੋਂਗਿੰਗਸ ਨੇ ਉਹਨਾਂ ਦੇ ਲਈ ਜਿੰਨੇ ਵੀ ਉਪਰਾਲੇ ਹੋ ਸਕਦੇ ਨੇ ਉਹ ਜ਼ਰੂਰ ਕੀਤੇ ਜਾਣਗੇ, ਕਿਉਂਕਿ ਜਿਹੜੇ ਸਰਟੀਫਿਕੇਟ ਉਹਨਾਂ ਨਾਲ ਸੰਬੰਧਿਤ ਦਸਤਾਵੇਜ਼ ਪਏ ਨੇ ਉਹ ਉਹਨਾਂ ਨੂੰ ਖਰਾਬ ਨਾ ਹੋਣ, ਉਹਨਾਂ ਨੂੰ ਡਿਜੀਟਲਾਈਜੇਸ਼ਨ ਉਹਨਾਂ ਦੀ ਵੀ ਕੀਤੀ ਜਾਏਗੀ। ਕੈਮਰਾ ਪਰਸਨ ਸੁਖਪਾਲ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।